अस्सलाम वालेकुम जी। मेरा नाम है आयशा तो मैं ਤੁਹਾਡੇ ਲਈ ਲੈ ਕੇ ਆਈ ਹਾਂ ਸਾਗ, ਸਰਸੋਂ ਦਾ ਸਾਗ, ਗੋਭੀ ਸਰੋਂ ਦਾ ਸਾਗ, ਤੋਰੀਆਂ ਦਾ ਸਾਗ, ਰਾਏ ਦਾ ਸਾਗ। ਤੇ ਲੇਕਿਨ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਸਰਸੋਂ ਦਾ ਸਾਗ। ਸਾਨੂੰ ਪਹਿਲਾਂ ਅਸੀਂ ਸਾਗ ਦੀ ਕਟਾਈ ਕਰ ਲਾਂਗੇ, ਪਾਲਕ ਦੀ ਕਟਾਈ ਕਰ ਲਾਂਗੇ, ਸਬਜ਼ ਮਿਰਚਾਂ ਧੋ ਕੇ ਗ੍ਰੈਂਡ ਕਰ ਲਾਂਗੇ ਤੇ ਵਿੱਚ ਪਾ ਲਾਂਗੇ ਨਮਕ। ਇਹਦੇ ਵਿੱਚ ਚਾਰ ਜਿਹੜੇ ਬੇਸਿਕ ਇੰਗਰੀਡੀਐਂਟਸ ਆ ਉਹ ਇਹੀ ਹੈ, ਲੇਕਿਨ ਕਈ ਲੋਕ ਇਹਦੇ ਵਿੱਚ ਧਨੀਆ ਵੀ ਪਾ ਲੈਂਦੇ ਆ, ਮੇਥੀ ਦੀ ਗੁੱਟੀ ਵੀ ਪਾ ਲੈਂਦੇ ਆ। ਅਤੇ ਜਿਹੜਾ ਇੱਕ ਇਹਦੇ ਵਿੱਚ ਹੋਰ ਚੀਜ਼ ਪਾਈ ਜਾਂਦੀ ਉਹ ਹੈਗਾ ਵਾ ਬਾਥੂ, ਲੇਕਿਨ ਬਾਥੂ ਨਹੀਂ ਲੱਭਾ। ਅਤੇ ਅਸੀਂ ਸਰਸੋਂ ਦਾ ਸਾਗ, ਪਾਲਕ ਅਤੇ ਸਬਜ਼ ਮਿਰਚਾਂ ਅਤੇ ਨਮਕ ਹੀ ਪਾਵਾਂਗੇ ਵਿੱਚ। ਅੱਛਾ, ਉਸ ਤੋਂ ਬਾਅਦ ਅਸੀਂ ਇਹ ਸਾਗ ਟੱਪ ਵਿੱਚ ਪਾ ਲਿਆ। ਟੱਪ 'ਚ ਪਾ ਕੇ ਅਸੀਂ ਇਹਨੂੰ ਧੋ ਲਾਂਗੇ, ਧੋ ਕੇ ਦੇਚਕੀ 'ਚ ਪਾ ਲਾਂਗੇ। ਦੇਚਕੀ 'ਚ ਪਾ ਕੇ ਫਿਰ ਅਸੀਂ ਅੱਗ ਜਲਾ ਲਾਂਗੇ, ਉਹ ਵੀ ਚੁੱਲ੍ਹੇ 'ਤੇ ਪਿਓਰ ਦੇਸੀ ਤਰੀਕੇ ਨਾਲ। ਅਤੇ ਫਿਰ ਅਸੀਂ ਦੇਚਕਾ ਚੜ੍ਹਾ ਦਾਂਗੇ ਚੁੱਲ੍ਹੇ ਦੇ ਉੱਪਰ ਤਾਂ ਕਿ ਸਾਗ ਦੀ ਪਕਾਈ ਸ਼ੁਰੂ ਹੋ ਸਕੇ। ਸਾਗ ਤਕਰੀਬਨ ਪਕਾਉਣਾ ਕੋਈ ਸੌਖਾ ਕੰਮ ਨਹੀਂ, ਕੋਈ 3-4 ਘੰਟਿਆਂ ਦਾ ਸੌਖਾ ਕੰਮ ਆ। ਅਤੇ ਜਿੰਨੀ ਦੇਰ ਸਾਗ ਪੱਕਦਾ ਰਹੇ ਉਨੀ ਦੇਰ ਕੋਲ ਬਹਿਣਾ ਪੈਂਦਾ, ਅੱਗ ਸੇਕਣੀ ਪੈਂਦੀ ਹੈ ਕਿਉਂਕਿ ਅੱਗ ਬੁੱਝਣ ਨਹੀਂ ਦੇਣੀ। ਜੋ ਹੀ ਅੱਗ ਬੁੱਝੀ ਨਹੀਂ ਅਤੇ ਤੁਹਾਡਾ ਕੰਮ ਡਾਊਨ। ਇਹ ਕਿ ਹੋਰ ਥੋੜ੍ਹਾ ਚਿਰ ਲੱਗ ਜਾਊਗਾ। ਆ ਲਓ ਜੀ, ਸਾਡੇ ਨਾਲ ਤੁਸੀਂ ਦੇਖ ਲਿਆ ਹੋਵੇਗਾ ਕਿੱਦਾਂ ਅਸੀਂ ਸਾਗ ਧੋ ਕੇ ਦੇਚਕੇ 'ਚ ਪਾ ਕੇ ਅੱਗ ਜਲਾ ਕੇ ਉੱਤੇ ਦੇਚਕਾ ਚੜ੍ਹਾ ਕੇ ਅਤੇ ਨਾਲ ਅਸੀਂ ਸਾਗ ਪਕਾਉਣਾ ਸ਼ੁਰੂ ਕਰ ਲਿਆ। ਅਤੇ ਆਹ ਦੇਖੋ ਜੀ, ਸਾਗ ਪੱਕਣ ਵੀ ਲੱਗ ਗਿਆ। ਹੁਣ ਸਪੈਸ਼ਲ ਡੋਈ ਦੇ ਨਾਲ ਹਿਲਾ ਕੇ ਤੁਹਾਨੂੰ ਦਿਖਾ ਦਿੱਤਾ ਕਿ ਦੇਖ ਲਓ ਕਿੰਨਾ ਸਾਰਾ ਸਾਗ ਪੱਕ ਗਿਆ। ਇਹ ਸਿਰਫ ਮੋਬਾਇਲ 'ਚ ਜਲਦੀ ਪੱਕਾ, ਉੱਦਾਂ ਇਹਨੂੰ 4-5 ਘੰਟੇ ਲੱਗ ਗਏ ਸੀ। ਸੌਰੀ, 3-4 ਘੰਟੇ। ਆ ਲਓ ਜੀ, ਅੱਧਾ ਘੰਟਾ ਤਾਂ ਅੱਗ ਬਾਲਣ 'ਤੇ ਹੀ ਲੱਗ ਜਾਂਦਾ। ਅੱਛਾ, ਆ ਲਓ ਜੀ, ਹੁਣ ਤੁਸੀਂ ਦੇਖ ਰਹੇ ਹੋ ਕਿ ਨਾਲ ਕਿੱਦਾਂ ਸਾਗ ਪੱਕੀ ਜਾ ਰਿਹਾ ਵਾ ਅਤੇ ਭਾਫਾਂ ਨਿਕਲ ਰਹੀਆਂ ਵਾ ਮਾੜੋ ਮਾਰ। ਸਾਗ ਅੰਮੀ ਹੀ ਬਣਾਉਂਦੇ ਆ ਅਤੇ ਮੈਂ ਨਾਲ ਮਾੜੀ ਮੋਟੀ ਹੈਲਪ ਕਰਾ ਦਿੱਤੀ ਸੀ। ਆਲੂ ਜੀ ਤੁਸੀਂ ਦੇਖ ਰਹੇ ਆ ਗ੍ਰੈਂਡ ਕੀਤੀਆਂ ਹੋਈਆਂ ਸਬਜ਼ ਮਿਰਚਾਂ ਸੀ ਉਹਦੇ ਵਿੱਚ ਪਾ ਦੀਆਂ, ਅਤੇ ਆਹ ਪਾ ਦਿੱਤਾ ਵਿੱਚ ਲੂਣ ਯਾਨੀ ਕਿ ਨਮਕ ਯਾਨੀ ਕਿ ਸਾਲਟ। ਆਲੂ ਜੀ, ਸਾਗ ਪੱਕਣ ਦੇ ਪ੍ਰੋਸੈਸ ਜਾਰੀ ਆ। ਸਾਗ ਪੱਕਣ ਦਾ ਪ੍ਰੋਸੈਸ ਜਾਰੀ ਹੈ। ਅਤੇ ਆਲੂ ਜੀ, ਸਾਗ ਹੋ ਗਿਆ ਵਾ, ਪੱਕ ਗਿਆ ਵਾ। ਅਤੇ ਹੁਣ ਅਸੀਂ ਇਹਨੂੰ ਲਾਹ ਕੇ ਰੱਖ ਲਿਆ ਤਾਂ ਕਿ ਅਸੀਂ ਇਹਨੂੰ ਘੋਟ ਸਕੀਏ। ਇਹਦੇ ਵਿੱਚ ਅਸੀਂ ਪਾ ਦੇਣਾ ਵਾ ਅੱਲਾ ਨੀ ਯਾਨੀ ਕਿ ਖੁਸ਼ਕ ਆਟਾ ਪਾ ਕੇ ਜੋ ਘੋਟਣਾ ਹੈ ਨਾ ਤਾਂ ਬਾਹਾਂ ਨੂੰ ਲੱਗ ਪਤਾ ਜਾਂਦਾ। ਗ੍ਰੈਂਡਰ 'ਚ ਗ੍ਰੈਂਡ ਕਰਨਾ ਸੌਖਾ ਵਾ, ਲੇਕਿਨ ਜੇ ਬਾਹਾਂ ਨਾਲ ਘੋਟੀਏ ਨਾ ਤਾਂ ਫਿਰ ਲੱਗਦਾ ਪਤਾ। ਆਲੂ ਜੀ ਤੁਸੀਂ ਦੇਖ ਰਹੇ ਹੋ ਕਿ ਕਿੱਦਾਂ ਗ੍ਰੈਂਡ ਹੋ ਰਿਹਾ। ਇਹ ਅੰਮੀਆਂ ਦਾ ਹੀ ਕੰਮ ਆ ਜਿਹੜੀਆਂ ਬਣਾ ਕੇ ਖਿਲਾਉਂਦੀਆਂ। ਅੱਛਾ ਜੀ, ਆਹ ਦੇਖੋ ਜੀ ਖੁਸ਼ਕ ਆਟਾ। ਇਹ ਵੀ ਇੱਕ ਟਰਿਕ ਆ ਕਿ ਕਿੰਨਾ ਖੁਸ਼ਕ ਆਟਾ ਪਾਉਣਾ ਵਾ। ਇਹ ਸਾਗ ਨੂੰ ਥਿੱਕ ਕਰਦਾ ਵਾ ਅਤੇ ਮੁਲਾਇਮ ਵੀ ਕਰਦਾ, ਅਤੇ ਇਹਦੇ ਨਾਲ ਇਹਦਾ ਟੇਸਟ ਵੀ ਇਨਹੈਂਸ ਹੋ ਜਾਂਦਾ। ਅੱਛਾ ਜੀ, ਇੱਕ ਸਾਗ ਬਣਾਉਣ 'ਚ ਇੱਕ ਹੋਰ ਜਿਹੜਾ ਪ੍ਰੋਸੈਸ ਹੈ, ਅਤੇ ਸਾਗ ਪੱਕ ਗਿਆ ਹੈ ਨਾ ਉਸ ਤੋਂ ਬਾਅਦ ਇਹਨੂੰ ਤੁੜਕਣਾ ਕਿੱਦਾਂ ਉਹ ਵੀ ਮੈਂ ਤੁਹਾਨੂੰ ਦੱਸਦੀ ਹਾਂ। ਸਾਰਿਆਂ ਨਾਲੋਂ ਪਹਿਲਾਂ ਦੇਚਕੀ ਲੈਣੀ ਹੈ, ਦੇਚਕੀ ਵਿੱਚ ਪਾ ਦੇਣਾ ਵਾ ਘੀ ਜਦੋਂ ਥੋੜ੍ਹਾ ਜਿਹਾ ਮੈਲਟ ਹੋ ਜਾਵੇ ਉਹਦੇ ਵਿੱਚ ਪਾ ਦੇਣਾ ਕੱਟੇ ਹੋਏ ਪਿਆਜ਼। ਆਲੂ ਤੁਸੀਂ ਦੇਖ ਰਹੇ ਹੋ, ਪਿਆਜ਼ ਪਾ ਕੇ ਫਿਰ ਜਦੋਂ ਥੋੜ੍ਹੇ ਪਿਆਜ਼ ਸੋਸੇ ਹੋਣਗੇ ਇਹਦੇ ਵਿੱਚ ਪਾ ਦੇਣਾ ਵਾ ਲਸਣ ਅਦਰਕ ਦਾ ਪੇਸਟ। ਜਦੋਂ ਉਹ ਵੀ ਪੱਕ ਗਿਆ ਅਤੇ ਫਿਰ ਉਹਦੇ ਵਿੱਚ ਅਸੀਂ ਪਾ ਦੇਣਾ ਵਾ ਸਾਗ ਜਿੰਨਾ ਸਾਨੂੰ ਚਾਹੀਦਾ ਹੋਇਆ। ਅਤੇ ਫਿਰ ਜ਼ਾਹਰੀ ਗੱਲ ਆ ਪੱਕ ਜਾਣਾ ਵਾ। ਫਿਰ ਲਾ ਕੇ ਤੁਸੀਂ ਰੋਟੀਆਂ ਪਾ ਕੇ ਤਾਂ ਖਾ ਲਈਓ। ਆ ਤੁਸੀਂ ਦੇਖ ਰਹੇ ਹੋ ਕਿੱਦਾਂ ਪੱਕ ਰਿਹਾ। ਆਪ ਪਕਾਓ ਅਤੇ ਖਾਓ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਸਾਗ ਪਕਾਉਣਾ ਸੌਖਾ ਨਹੀਂ, ਕੋਈ 4-5 ਘੰਟੇ ਦਾ ਕੰਮ ਆ। ਆ ਲਓ ਜੀ, ਹੁਣ ਸਾਡਾ ਸਾਗ ਤੁੜਕ ਕੇ ਵੀ ਹੋ ਗਿਆ ਤਿਆਰ। ਓਕੇ ਜੀ, ਅੱਲਾ ਹਾਫਿਜ਼, ਟਾਟਾ, ਬਾਏ ਬਾਏ।